ਪਿੰਡ ਵੀ ਪਤਾ ਨਹੀਂ ਇਹ ਕੰਮ ਹੁੰਦਾ ਵੀ ਏ ਕਿ ਨਹੀਂ। ਮੈਂ ਡਰਦਾ ਡਰਦਾ ਸ਼ਰਾਬ ਬਾਰੇ ਪਤਾ ਕਰਦਾ ਹੋਇਆ ਬਹੁਤ ਪੱਚੀ ਹੋ ਰਿਹਾ ਸਾਂ। ਜਿਹਨੂੰ ਵੀ ਕੁਝ ਪੁੱਛਦਾ ਉਹ ਮੈਨੂੰ ਗੌਰ ਨਾਲ ਵੇਖਦਾ। ਫੈਕਟਰੀ ਵਿੱਚ ਇੱਕ ਮਜ਼ਦੂਰ ਨੂੰ ਆਪਣੀ ਔਕੜ ਸੁਣਾਈ ਤਾਂ ਉਸ ਕੁਝ ਕਰਨ ਦਾ ਵਾਅਦਾ ਕੀਤਾ। ਅਗਲੇ ਦਿਨ ਉਹ ਦੇਸੀ ਸ਼ਰਾਬ ਦੀ ਇੱਕ ਬੋਤਲ ਲੈ ਹੀ ਆਇਆ। ਸ਼ਰਾਬ ਸੰਭਾਲਣਾ ਤੇ ਹੁਜਰੇ ਤੀਕਰ ਪੜਾਵਣਾ ਮੇਰੇ ਲਈ ਬਹੁਤ ਔਖਾ ਹੋ ਰਿਹਾ ਸੀ। ਬੱਸਾਂ ਟਰੱਕਾਂ ਦੀ ਰਾਹ ਵਿੱਚ ਤਲਾਸ਼ੀ ਹੁੰਦੀ ਸੀ। ਥਾਂ ਥਾਂ ਉੱਤੇ ਪੁਲਿਸ ਚੌਕੀਆਂ ਬਣਾਈਆਂ ਹੋਈਆਂ ਸਨ। ਇੱਕ ਦਿਲ ਕੀਤਾ ਕਿ ਬੋਤਲ ਚੁੱਕ ਕੇ ਮਾਰਾਂ ਪਰਾਂ ਜਾਨ ਛੁੱਟੇ, ਪਰ ਹੁਜਰੇ ਵਾਲੇ ਦਾ ਹੁਕਮ ਮੈਥੋਂ ਇੰਝ ਸੁੱਟਿਆ ਨਹੀਂ ਸੀ ਜਾਂਦਾ। ਫਿਲਮੀ ਸ਼ਾਇਰ ਨੂੰ ਤੇ ਖੌਰੇ ਮੈਂ ਝਾੜ ਵੀ ਪਾ ਦਿੰਦਾ। ਪੁਰਾਣੇ ਗੱਡ ਵਾਹਣ ਵਾਲੇ ਬੇਲੀ ਹੁਣ ਟਰੈਕਟਰ ਟਰਾਲੀ ਉੱਤੇ ਸ਼ਹਿਰ ਵਿੱਚ ਪੱਠਾ ਦੱਥਾ ਢੋਂਦੇ ਸਨ। ਟਰੈਕਟਰ ਟਰਾਲੀ ਉੱਤੇ ਪਰਾਲੀ ਵਿੱਚ ਬਹਿ ਕੇ ਸ਼ਰਾਬ ਦੀ ਬੋਤਲ ਮੈਂ ਫਿਲਮੀ ਸ਼ਾਇਰ ਵਾਸਤੇ ਲੈ ਕੇ ਕੰਬਦਾ ਡਰਦਾ ਹੁਜਰੇ ਅੱਪੜ ਹੀ ਆਇਆ। ਬੋਤਲ ਵੇਖ ਕੇ ਫਿਲਮੀ ਸ਼ਾਇਰ ਮੇਰੇ ਹੱਥਾਂ ਵਿੱਚੋਂ ਇੰਝ ਖੋਹੀ ਜਿਵੇਂ ਕਾਂ ਬਾਲ ਦੇ ਹੱਥ ਵਿੱਚੋਂ ਟੁੱਕਰ ਖੋਹ ਲੈਂਦਾ ਏ। ਪੂਰੀ ਬੋਤਲ ਉੱਥੇ ਬਹਿ ਕੇ ਪੀ ਗਿਆ। ਹੁਜਰੇ ਵਾਲਾ ਵੀ ਹੈਰਾਨ ਸੀ ਤੇ ਮੈਂ ਵੀ ਕਿ ਪੂਰੀ ਬੋਤਲ ਉਹ ਵੀ ਲੱਸੀ ਵਾਂਗ ਇੱਕੋ ਵਾਰ ਪੀ ਗਿਆ ਏ। ਬੋਤਲ ਵਿੱਚੋਂ ਆਖਰੀ ਤੁਪਕਾ ਵੀ ਚੱਟ ਲਿਆ ਤੇ ਬੋਲਿਆ, ਵਾਹ ਬਹੁਤ ਵਧੀਆ ਪਾਣੀ ਸੀ, ਸਵਾਦ ਆ ਗਿਆ ਏ। ਮੈਂ ਤੇ ਸ਼ਰਾਬ ਤੇਰੀ ਦੀ ਉਡੀਕ ਵਿੱਚ ਰੋਜ਼ ਆ ਕੇ ਬਹਿ ਜਾਂਦਾ ਸਾਂ। ਅੱਜ ਤੂੰ ਲੈ ਆਇਆ ਏ, ਤੇਰਾ ਸ਼ੁਕਰੀਆ। ਫਿਲਮੀ ਸ਼ਾਇਰ ਦੀ ਆਵਾਜ਼ ਟੁੱਟਣ ਲੱਗ ਪਈ ਸੀ। ਹੁਕਮ ਹੋਇਆ, ਸ਼ੇਖੂਪੁਰੀਆ ਰਿਕਸ਼ਾ ਲਿਆ, ਇਹਨੂੰ ਇਹਦੇ ਘਰ ਛੱਡ ਆ। ਫਿਲਮੀ ਸ਼ਾਇਰ ਪਲ ਪਲ ਬੇਹੋਸ਼ੀ ਦੇ ਗੋਤੇ ਵਿੱਚ ਜਾਂਦਾ ਸੀ। ਰਿਕਸ਼ੇ ਵਿੱਚ ਵੀ ਉਹ ਇੰਝ ਹੀ ਗੱਲਾਂ ਕਰਦਾ ਗਿਆ। ਕਦੀ ਕੋਈ ਗੱਲ ਕਰ ਲਈ, ਕਦੀ ਚੁੱਪ। ਫਿਰ ਉਹ ਆਪਣੀ ਤਾਰੀਫ ਦੀਆਂ ਗੱਲਾਂ ਕਰਨ ਲੱਗ ਪਿਆ। ਸਾਰੇ ਰਾਹ ਵਿੱਚ ਆਪਣੀ ਵਡਿਆਈ ਦੀਆਂ ਗੱਲਾਂ। ਤੂੰ ਇੱਕ ਬਹੁਤ ਵੱਡੇ ਫਿਲਮੀ ਸ਼ਾਇਰ ਦੀ ਖਿਦਮਤ ਕਰਕੇ ਆਪਣਾ ਨਾਂ ਅਮਰ ਕਰ ਲਿਆ ਏ। ਰੋਜ਼ 100 ਵਾਰੀ ਰੇਡੀਓ ਤੋਂ ਮੇਰਾ ਨਾਂ ਬੋਲਦਾ ਏ। ਉਹਨੇ ਕੰਬਦੀ ਆਵਾਜ਼ ਵਿੱਚ ਅੜ ਅੜ ਆਖਿਆ। ਪੂਰਾ ਪੰਜਾਬ ਕੀ ਪੂਰੇ ਬਰੇ ਸਗੀਰ ਉਪ ਮਹਾਂਦੀਪ ਵਿੱਚ ਮੇਰੀ ਸ਼ਾਇਰੀ ਦੀ ਧੂਮ ਏ। ਕੋਈ ਮਾਮੂਲੀ ਬੰਦਾ ਨਹੀਂ ਆ ਮੈਂ। ਸ਼ੇਖੂਪੁਰੀਆ ਤੈਨੂੰ ਅਹਿਸਾਸ ਹੀ ਨਹੀਂ ਤੂੰ ਕਿਹਦੇ ਨਾਲ ਬੈਠਾ ਏ। ਉਹਦੀ ਤਾਰੀਫ ਵਿੱਚ ਗੱਲਾਂ ਸੁਣ ਸੁਣ ਕੇ ਮੈਂ ਵੀ ਜਵਾਬ ਵਿੱਚ ਹਾਂਜੀ ਹਾਂਜੀ ਕਹਿੰਦਾ ਰਿਹਾ ਸਾਂ। ਜਦ ਰਿਕਸ਼ਾ ਘੋੜੇ ਸ਼ਾਹ ਦੇ ਘਰ ਦੇ ਨੇੜੇ ਅੱਪੜਿਆ ਤਾਂ ਉਹਨੇ ਰਿਕਸ਼ਾ ਰੁਕਵਾ ਕੇ ਆਪਣੇ ਆਪ ਨੂੰ ਬਾਹਰ ਕੱਢਿਆ ਤੇ ਆਖਿਆ, ਹੁਣ ਜਾਓ ਤੁਸਾਂ, ਮੈਂ ਘਰ ਅੱਪੜ ਜਾਸਾਂ। ਮੈਂ ਉਸੇ ਰਿਕਸ਼ੇ ਉੱਤੇ ਹੀ ਵਾਪਸ ਹੁਜਰੇ ਆ ਕੇ ਦੱਸਿਆ ਕਿ ਫਿਲਮੀ ਸ਼ਾਇਰ ਘਰ ਅੱਪੜ ਗਿਆ ਏ। ਰਾਹ ਵਿੱਚ ਹੋਣ ਵਾਲੀ ਗੁਫ਼ਤਗੂ ਤੇ ਗਲੀ ਵਿੱਚ ਉਤਰਨ ਵੇਲੇ ਜੋ ਕੁਝ ਉਸ ਆਖਿਆ ਸੀ ਸਭ ਕੁਝ ਪੂਰੇ ਵੇਰਵੇ ਨਾਲ ਸੁਣਾ ਦਿੱਤਾ। ਜਵਾਬ ਵਿੱਚ ਮੈਨੂੰ ਸ਼ਾਬਾਸ਼ ਮਿਲੀ ਕਿ ਚੰਗਾ ਕੀਤਾ ਈ। ਫਿਰ ਕਈ ਦਿਨ ਤੀਕਰ ਫਿਲਮੀ ਸ਼ਾਇਰ ਹੁਜਰੇ ਨਹੀਂ ਆਇਆ ਸੀ। ਮੇਰਾ ਆਣਾ ਜਾਣਾ ਰਹਿੰਦਾ ਸੀ। ਕੋਈ ਦਿਨ ਜਾਂ ਵੇਲਾ ਮਿੱਥਿਆ ਨਹੀਂ ਸੀ ਹੁੰਦਾ। ਮੈਂ ਕਈ ਵਾਰ ਵੇਲਾ ਬਦਲ ਬਦਲ ਕੇ ਵੀ ਆਇਆ ਕਿ ਫਿਲਮੀ ਸ਼ਾਇਰ ਆਇਆ ਹੋ ਸੀ, ਪਰ ਉਹ ਨਹੀਂ ਸੀ ਆਇਆ। ਇੱਕ ਦਿਨ ਮੈਂ ਆਇਆ ਤਾਂ ਫਿਲਮੀ ਸ਼ਾਇਰ ਬੈਠਾ ਹੋਇਆ ਸੀ। ਮੈਂ ਸਲਾਮ ਕਰਕੇ ਬੈਠ ਗਿਆ। 2-3 ਬੰਦੇ ਹੋਰ ਵੀ ਬੈਠੇ ਹੋਏ ਸਨ। ਖੌਰੇ ਕੋਈ ਫਿਲਮ ਬਣਾਉਣ ਦੀ ਗੱਲ ਹੋ ਰਹੀ ਸੀ। ਪਤਾ ਨਹੀਂ ਕਦੋਂ ਤੋਂ ਗੱਲ ਜਾਰੀ ਸੀ। ਮੇਰੇ ਆਵਣ ਤੀਕਰ ਮੁੱਕ ਗਈ ਹੋਈ ਸੀ। ਦੋਵੇਂ ਬੰਦੇ ਮੁੜ ਆਵਣ ਦਾ ਆਖ ਕੇ ਹੁਜਰੇ ਵਿੱਚੋਂ ਬਾਹਰ ਨਿਕਲ ਗਏ। ਤੀਸਰਾ ਵੀ ਇਜਾਜ਼ਤ ਲੈ ਕੇ ਚਲਾ ਗਿਆ। ਇਹ ਤੀਸਰਾ ਬੰਦਾ ਮਿਊਜ਼ਿਕ ਮਾਸਟਰ ਅਨਾਇਤ ਹੁਸੈਨ ਸੀ। ਮੇਰੀ ਲਿਆਂਦੀ ਸ਼ਰਾਬ ਦੀ ਫਿਲਮੀ ਸ਼ਾਇਰ ਇੱਕ ਵਾਰੀ ਫੇਰ ਤਾਰੀਫ ਕੀਤੀ। ਫਿਲਮੀ ਸ਼ਾਇਰ ਅਜੇ ਤਾਰੀਫ ਮੁਕੰਮਲ ਵੀ ਨਹੀਂ ਸੀ ਕੀਤੀ ਕਿ ਉਸਤਾਦ ਵੱਲੋਂ ਗਾਲਾਂ ਸ਼ੁਰੂ ਹੋ ਗਈਆਂ। ਬਹੁਤ ਗਰਮ ਤੇ ਗੁੱਸੇ ਵਿੱਚ ਆ ਗਏ। ਫਿਲਮੀ ਸ਼ਾਇਰ ਨੂੰ ਜ਼ਮੀਨ ਵੇਲ ਨਹੀਂ ਸੀ ਦੇ ਰਹੀ। ਮੇਰੇ ਲਈ ਹੈਰਾਨੀ ਵਾਲੀ ਗੱਲ ਇਹ ਸੀ ਕਿ ਅੱਜ ਪਹਿਲੀ ਵਾਰ ਹੁਜਰੇ ਵਾਲੇ ਦਰਵੇਸ਼ ਨੂੰ ਗਰਮ ਹੁੰਦਿਆਂ ਤੇ ਗਾਲਾਂ ਕੱਢਦਿਆਂ ਵੇਖਿਆ ਤੇ ਸੁਣਿਆ ਸੀ। ਉਹ ਕਹਿ ਰਹੇ ਸਨ, ਤੁਹਾਡੇ ਜਿਹੇ ਕਮੀਨੇ ਤੇ ਸ਼ੋਹ ਦੇ ਬੰਦੇ ਕਦੇ ਖੁਸ਼ ਨਹੀਂ ਰਹਿ ਸਕਦੇ। ਤੂੰ ਅੱਗੋਂ ਤੋਂ ਇੱਥੇ ਨਾ ਆਇਆ ਕਰ। ਤੈਨੂੰ ਉਮਰ ਹੋ ਗਈ ਇੱਥੇ ਹੁਜਰੇ ਆਉਂਦਿਆਂ। ਕੀ ਸਿੱਖਿਆ ਏ ਤੂੰ? ਕਮੀਨੇ ਦਾ ਕਮੀਨਾ ਹੀ ਰਿਹਾ ਏ। ਫਿਲਮੀ ਸ਼ਾਇਰ ਵੀ ਹੱਕਾ ਬੱਕਾ ਸੀ ਕਿ ਇਹ ਕੀ ਹੋ ਰਿਹਾ ਏ। ਆਖਰ ਫਿਲਮੀ ਸ਼ਾਇਰ ਸਹਿਜ ਨਾਲ ਪੁੱਛ ਹੀ ਲਿਆ, ਪਰ ਮੇਰਾ ਕਸੂਰ ਤਾਂ ਦੱਸੋ ਉਸਤਾਦ ਜੀ, ਮੈਥੋਂ ਕੀ ਗਲਤੀ ਹੋਈ ਏ? ਬੜਾ ਘੁੱਗਲ ਘੁੰਨਾ ਬਣਨਾ ਏ, ਕੰਨਾਂ ਰਾਹੀਂ ਖਾਨਾ ਏ, ਮੈਨੂੰ ਚਾਰਨਾ ਏ ਬੇਸ਼ਰਮਾ। ਇੱਕ ਬੰਦਾ ਮਾਰਸ਼ਲ ਲਾ ਦੇ ਨੰਗੇ ਘੋੜਿਆਂ ਤੇ ਸਜ਼ਾਵਾਂ ਵਿੱਚੋਂ ਖਤਰੇ ਝਾਗ ਤੇਰੇ ਵਾਸਤੇ ਸ਼ਰਾਬ ਲੈ ਕੇ ਆਇਆ, ਉਹ ਵੀ ਜਿਹੜਾ ਆਪ ਨਹੀਂ ਪੀਂਦਾ। ਤੈਨੂੰ ਘਰ ਛੱਡ ਕੇ ਆਇਆ, ਪੈਸੇ ਵੀ ਪੱਲਿਓਂ ਖਰਚ ਕੇ, ਜਦ ਕਿ ਤੈਨੂੰ ਮਾਲੂਮ ਏ ਕਿ ਉਹ ਬੰਦਾ ਮਜ਼ਦੂਰ ਏ। ਸਾਰੀ ਰਾਤ ਤੈਨੂੰ ਬੇਹੋਸ਼ੀ ਤੇ ਆਪਣੀ ਤਾਰੀਫ ਦੇ ਦੌਰੇ ਪੈਂਦੇ ਰਹੇ। ਗਲੀ ਵਿੱਚ ਜਾ ਕੇ ਤੈਨੂੰ ਹੋਸ਼ ਆ ਗਈ। ਕੁੱਤਿਆ, ਇੱਕ ਚਾਹ ਦੀ ਪਿਆਲੀ ਵੀ ਤੂੰ ਨਹੀਂ ਪਿਆ ਸਕਿਆ। ਬੇਹਯਾਵਾ, ਅੱਗੋਂ ਤੂੰ ਇੱਥੇ ਨਾ ਆਵੀਂ। ਝਟਕ ਹੁਜਰੇ ਵਿੱਚ ਵੇਲਾ ਖਾਮੋਸ਼ੀ ਨਾਲ ਲੰਘਿਆ ਤਾਂ ਫੇਰ ਬੋਲੇ, ਤੂੰ ਮੇਰੇ ਕੋਲੋਂ ਇਹੀ ਸਿੱਖਿਆ ਏ?
ਕੋਈ ਬੰਦੇ ਦੀ ਲਾਗ ਤੈਨੂੰ ਨਹੀਂ ਲੱਗੀ? ਫਿਲਮੀ ਸ਼ਾਇਰ ਸ਼ਰਮਿੰਦਾ ਤਾਂ ਹੈ ਸੀ, ਪਰ ਆਪਣੀ ਸਫਾਈ ਵਿੱਚ ਬੋਲਿਆ, ਹੋਸ਼ ਨਹੀਂ ਸੀ ਮੈਨੂੰ। ਪਰ ਹੁਜਰੇ ਵਾਲਾ ਇਸ ਵਜ਼ਾਹਤ ਨੂੰ ਨਹੀਂ ਸੀ ਮੰਨ ਰਿਹਾ। ਉਹਨਾਂ ਦੇ ਖਿਆਲ ਵਿੱਚ ਫਿਲਮੀ ਸ਼ਾਇਰ ਅੰਦਰੋਂ ਬੇਈਮਾਨ ਤੇ ਕਮੀਨਾ ਬੰਦਾ ਏ। ਇਹ ਕਿਸੇ ਦੀ ਇੱਜ਼ਤ ਕਰਨਾ ਚਾਹੁੰਦਾ ਹੀ ਨਹੀਂ। ਜਦ ਹੁਜਰੇ ਦਾ ਮਾਹੌਲ ਬਹੁਤ ਹੀ ਖਰਾਬ ਹੋ ਗਿਆ ਤਾਂ ਮੈਨੂੰ ਆਖਿਆ, ਚੱਲ ਸ਼ੇਖੂਪੁਰੀਆ, ਜਰਾ ਬਾਹਰ ਚੱਲੀਏ। ਫਿਲਮੀ ਸ਼ਾਇਰ ਚੁੱਪ ਕਰਕੇ ਸਿਰ ਸੁੱਟ ਕੇ ਚਲਾ ਗਿਆ। ਬਾਹਰ ਜਾਂਦਿਆਂ ਹੋਇਆਂ ਉਸੇ ਰਾਹ 'ਤੇ ਫੇਰ ਉਹੀ ਗੱਲ ਫਿਲਮੀ ਸ਼ਾਇਰ ਬਾਰੇ ਕਿ ਇਹ ਬੰਦਾ ਬਾਬਾ ਆਲਮ ਸਿਆਹਪੋਸ਼ ਕੋਲ ਹੁੰਦਾ ਸੀ। ਆਲਮ ਸਿਆਹਪੋਸ਼ ਮੈਨੂੰ ਮਿਲਣ ਲਈ ਆਇਆ, ਇਹ ਵੀ ਨਾਲ ਸੀ। ਉਦੋਂ ਦਾ ਫੇਰ ਇੱਥੇ ਹੀ ਆਵਣ ਲੱਗ ਪਿਆ ਏ। ਰੇਲਵੇ ਵਿੱਚ ਕੋਈ ਕਲਰਕੀ ਕਰਦਾ ਸੀ। ਮੈਂ ਹਰ ਵਾਰ ਸਮਝਾਇਆ ਕਿ ਬੰਦੇ ਨੂੰ ਬੰਦਿਆਂ ਵਾਂਗ ਹੀ ਰਹਿਣਾ ਚਾਹੀਦਾ ਏ, ਇਹੀ ਇਨਸਾਨ ਦੀ ਬੁਨਿਆਦ ਹੁੰਦੀ ਏ, ਪਰ ਇਹਦੇ ਵਿੱਚੋਂ ਤਾਂ ਚੌਧਰ ਹੀ ਨਹੀਂ ਨਿਕਲਦੀ। ਗੱਲਾਂ ਕਰਦੇ ਕੁਝ ਪਰੇਸ਼ਾਨ ਲੱਗਦੇ ਸਨ ਉਸਤਾਦ ਜੀ। ਉਹਨਾਂ ਦੀ ਟੋਰ ਵਿੱਚ ਕੁਝ ਘਾਟ ਜਾਪਦੀ ਸੀ ਮੈਨੂੰ। ਪਹਿਲੇ ਵਾਂਗ ਸੈਰ ਉੱਤੇ ਖੁਸ਼-ਖੁਸ਼ ਨਹੀਂ ਸਨ। ਅੱਜ ਚੀਜ਼ਾਂ ਨੂੰ ਗੌਰ ਨਾਲ ਨਹੀਂ ਸਨ ਵੇਖ ਰਹੇ। ਮੇਰੇ ਪੁੱਛਣ ਉੱਤੇ ਕਿ ਅੱਜ ਤਬੀਅਤ ਵਿੱਚ ਉਹ ਗੱਲ ਨਹੀਂ ਜਾਪਦੀ ਜਿਹੜੀ ਪਹਿਲੇ ਹੁੰਦੀ ਸੀ, ਆਖਿਆ, ਹਾਂ ਯਾਰ, ਲੱਗਦਾ ਏ ਮੇਰਾ ਅੰਦਰਲਾ ਬੁਝਦਾ ਜਾਂਦਾ ਏ। ਉਹਨਾਂ ਦੀ ਗੱਲ ਸੁਣ ਕੇ ਮੇਰਾ ਅੰਦਰਲਾ ਵੀ ਡਰ ਗਿਆ, ਪਰ ਮੈਂ ਤਸੱਲੀ ਖਾਤਰ ਆਖਿਆ, ਕਿੱਥੇ ਗੁਰੂ, ਅਜੇ ਤਾਂ ਤੁਹਾਡੀ ਸਿਹਤ ਕਮਾਲ ਦੀ ਏ, ਤੁਹਾਡੀ ਟੋਰ ਵਿੱਚ ਮਟਕੋਰ ਹੈ। ਮੇਰੀ ਗੱਲ ਉੱਤੇ ਮੁਸਕਰਾਏ। ਅੱਗੇ ਜਾਵਣ ਨੂੰ ਉਹਨਾਂ ਦਾ ਦਿਲ ਨਹੀਂ ਸੀ ਕਰ ਰਿਹਾ, ਐਵੇਂ ਆਪਣੇ ਆਪ ਨੂੰ ਧਰੀਕ ਰਹੇ ਸਨ। ਆਖਰ ਅਸਾਂ ਹੁਜਰੇ ਪਰਤ ਆਏ। ਇੱਥੇ ਆ ਕੇ ਫਿਰ ਉਹਨਾਂ ਫਿਲਮੀ ਸ਼ਾਇਰ ਦੀ ਗੱਲ ਢੋਰ ਦਿੱਤੀ। ਲੱਗਦਾ ਸੀ ਕਿ ਬਹੁਤ ਜ਼ਿਆਦਾ ਦੁਖੀ ਹੋਏ ਸਨ। ਉਹਨਾਂ ਆਪਣੇ ਉਸਤਾਦ ਹਮਦਮ ਬਾਰੇ ਆਖਿਆ, ਮੇਰੇ ਉਸਤਾਦ ਜਦ ਵੀ ਇੱਥੇ ਆਉਂਦੇ ਸਨ, ਮੈਂ ਉਨੀ ਦੇਰ ਤੀਕਰ ਬੈਠਦਾ ਨਹੀਂ ਸਾਂ ਜਦੋਂ ਤੱਕ ਮੇਰੇ ਉਸਤਾਦ ਚਲੇ ਨਹੀਂ ਸਨ ਜਾਂਦੇ। ਇਹ ਫਿਲਮੀ ਸ਼ਾਇਰ ਵੀ ਇੱਥੇ ਸਭ ਕੁਝ ਵੇਖਦਾ ਸੀ ਕਿ ਮੈਂ ਆਪਣੇ ਉਸਤਾਦ ਦਾ ਕਿੰਨਾ ਇਹਤਰਾਮ ਕਰਨਾ ਵਾਂ, ਪਰ ਇਸ ਬੇਹਯਾ ਨੂੰ ਕੋਈ ਅਸਰ ਨਹੀਂ ਹੋਇਆ। ਇਹ ਅੰਦਰੋਂ ਕਰਕ ਹੀ ਰਿਹਾ ਏ। ਕਰਕ ਨੂੰ ਮੁਨਾਫਕ ਦੇ ਮਾਨੇ ਦਿੰਦੇ ਸਨ। ਮੈਂ ਕਹਿਣਾ ਚਾਹੁੰਦਾ ਸਾਂ ਕਿ ਚਲੋ ਮੁਆਫ ਕਰੋ, ਗਲਤੀ ਹੋ ਜਾਂਦੀ ਏ, ਪਰ ਉਹਨਾਂ ਦਾ ਗੁੱਸਾ ਵੇਖ ਕੇ ਮੈਨੂੰ ਹੌਸਲਾ ਨਹੀਂ ਸੀ ਹੋ ਰਿਹਾ। ਉਹ ਦਿਨ ਬੜਾ ਹੀ ਬੇਸਵਾਦ ਰਿਹਾ। ਕੋਈ ਹੋਰ ਗੱਲ ਨਾ ਹੋਈ। ਜਦੋਂ ਕੋਈ ਗੱਲ ਕਰਨ ਲਈ ਨਾ ਰਹੀ ਜਾਂ ਗੱਲ ਕਰਨ ਦਾ ਮਾਹੌਲ ਨਹੀਂ ਸੀ ਬਣ ਰਿਹਾ ਤੇ ਹੁਜਰੇ ਵਾਲਾ ਵੀ ਕੁਝ ਉਖੜਿਆ ਸੀ, ਮੈਂ ਇਜਾਜ਼ਤ ਲੈ ਕੇ ਪਿੰਡ ਆ ਗਿਆ। ਉਸ ਤੋਂ ਮਗਰੋਂ ਮੈਂ ਜਿੰਨੀ ਵਾਰ ਵੀ ਹੁਜਰੇ ਗਿਆ, ਹੁਜਰੇ ਵਿੱਚ ਉਹ ਚਹਿਕ ਨਹੀਂ ਸੀ ਰਹੀ। ਲੋਕ ਤਾਂ ਆਉਂਦੇ ਜਾਂਦੇ ਗੱਲਾਂ ਵੀ ਕਰਦੇ ਸਨ। ਹੁਜਰੇ ਵਾਲਾ ਵੀ ਬਹੁਤ ਕੁਝ ਸੁਣਾਇਆ ਕਰਦਾ, ਪਰ ਮੈਨੂੰ ਉਹ ਪਹਿਲੇ ਵਾਲੀ ਰਸ ਨਹੀਂ ਸੀ ਜਾਪਦੀ। ਮੈਨੂੰ ਲੱਗਾ ਜਿਵੇਂ ਸੱਚਮੁੱਚ ਮੇਰਾ ਉਸਤਾਦ ਅੰਦਰੋਂ ਕਿਰਦਾ ਜਾਂਦਾ ਏ। ਹੁਜਰੇ ਵਾਲੇ ਦਾ ਕਿਰਨਾ ਮੇਰੇ ਲਈ ਬਹੁਤ ਵੱਡਾ ਦੁੱਖ ਸੀ। ਮੇਰੇ ਕੋਲੋਂ ਤਾਂ ਬਹੁਤ ਸਾਰੇ ਮੇਰੇ ਪਹਿਲੇ ਹੀ ਕਿਰ ਗਏ ਹੋਏ ਸਨ। ਇਸ ਖਿਆਲ ਦੇ ਨਾਲ ਹੀ ਮੇਰੇ ਮਨ ਦੇ ਅੰਦਰ ਵੀ ਇੱਕ ਹੋਰ ਖੌਫ ਤੇ ਬੇਬਸੀ ਜੜ ਫੜ ਲਈ ਸੀ। ਮੇਰੇ ਆਪਣਿਆਂ ਵਿੱਚੋਂ ਮੇਰਾ ਨਾਨਾ, ਨਾਨੀ, ਮੇਰੀ ਮਾਂ, ਨਾਨੀ ਦਾ ਪਿਆਰ, ਜ਼ੋਰਾ ਦੇ ਬੋਲ, ਸਕੀਨਾ ਨਮਾਣੀ ਦੀ ਆਜਜੀ, ਇਹੀ ਤਾਂ ਮੇਰਾ ਸਰਮਾਇਆ ਸੀ। ਹੁਜਰੇ ਆ ਕੇ ਮੈਂ ਪਿਛਲਾ ਨੁਕਸਾਨ ਜਰੀ ਬੈਠਾ ਸਾਂ। ਫੈਕਟਰੀ ਵਿੱਚ ਮੇਰਾ ਕੋਈ ਬੇਲੀ ਨਹੀਂ ਸੀ, ਸਗੋਂ ਉੱਥੇ ਦੁਸ਼ਮਣਾਂ ਦੀ ਫੌਜ ਸੀ। ਸੱਜਣਾ ਦਾ ਇੱਕ ਹੁਜਰਾ ਸੀ, ਉਹ ਵੀ ਜਾਪਦਾ ਸੀ। ਜਦ ਵੀ ਉਦਾਸੀ ਦਾ ਦੌਰ ਪੈਂਦਾ, ਡੇਕ ਦੇ ਪੁਲ ਉੱਤੇ ਜਾ ਬੈਠਦਾ। ਸ਼ਾਹੂ ਦੇ ਖਾਲੀ ਖੋਲਿਆਂ ਨੂੰ ਵੇਖਦਾ ਰਹਿੰਦਾ ਸਾਂ। ਉਹ ਵਗਦਾ ਖੂਹ ਨਹੀਂ ਸੀ ਰਿਹਾ। ਡੇਕ ਦਾ ਪਾਣੀ ਸਾਫ਼ ਨਹੀਂ ਸੀ ਰਿਹਾ। ਮਿੱਲਾਂ ਤੇ ਫੈਕਟਰੀਆਂ ਦਾ ਗੰਦਾ ਪਾਣੀ ਪੈ ਪੈ ਕੇ ਮੱਛੀ ਪੌਂਗਾ ਮਰ ਗਿਆ ਹੋਇਆ ਸੀ। ਕੋਈ ਜਨੌਰ, ਪਸ਼ੂ ਹੁਣ ਇੱਥੋਂ ਪਾਣੀ ਨਹੀਂ ਸੀ ਪੀਂਦਾ। ਪਾਣੀ ਵਿੱਚੋਂ ਤਾਂ ਬੋ ਬਾਹਰ ਨਿਕਲ ਟੁਰੀ ਸੀ। ਵੇਲਾ ਬਦਲ ਗਿਆ ਹੋਇਆ ਸੀ। ਦੂਰੋਂ ਦੂਰੋਂ ਲੋਕ ਆ ਕੇ ਇੱਥੇ ਮਜ਼ਦੂਰੀ ਪਏ ਕਰਦੇ ਸਨ। ਮੇਰੇ ਵਿੱਚ ਸ਼ੌਕ ਹੀ ਨਹੀਂ ਸੀ ਰਹੀ, ਸ਼ਰਾਰਤ ਕੋਈ ਨਹੀਂ ਸੀ ਰਹੀ। ਮੇਰੇ ਪੱਲੇ ਵਿੱਚੋਂ ਸਭ ਕੁਝ ਕਿਰ ਗਿਆ ਹੋਇਆ ਸੀ। ਇੱਕ ਹੁਜਰਾ ਹੀ ਮੇਰੀ ਆਸ ਤੇ ਉਮੀਦ ਸੀ। ਇੱਥੇ ਹੀ ਆ ਕੇ ਉਦਾਸੀ ਵਿੱਚੋਂ ਨਿਕਲਣ ਦਾ ਹੌਸਲਾ ਲੱਭਦਾ ਸੀ। ਉਸਤਾਦ ਦੀ ਉਂਗਲੀ ਫੜ ਕੇ ਅੱਗੇ ਟੁਰਨਾ ਚਾਹੁੰਦਾ ਸਾਂ, ਵੇਲੇ ਨਾਲ ਚੱਲਣਾ ਚਾਹੁੰਦਾ ਸਾਂ, ਸਮਾਜ ਨੂੰ ਸਮਝਣਾ ਚਾਹੁੰਦਾ ਸਾਂ ਤੇ ਕੁਝ ਕਰਨਾ ਚਾਹੁੰਦਾ ਸਾਂ। ਹੋਰ ਕਿਧਰੇ ਵੀ ਮੇਰਾ ਦਿਲ ਨਹੀਂ ਸੀ ਲੱਗਦਾ। ਮੈਂ ਤਾਂ ਖੌਰੇ ਰੋਜ਼ ਹੀ ਹੁਜਰੇ ਆ ਜਾਂਦਾ, ਪਰ ਪੇਟ ਦੀ ਖਾਤਰ ਸਾਰਾ ਵੇਲਾ ਆਟੇ ਦੀ ਮੁੱਠ ਲੱਭਣ ਵਿੱਚ ਹੀ ਮੁੱਕ ਜਾਂਦਾ ਸੀ। ਆਟਾ ਫੱਕੀਏ ਨਾ ਤਾਂ ਹਯਾਤੀ ਨਹੀਂ ਰਹਿੰਦੀ। ਫਿਰ ਇਹ ਹਯਾਤੀ ਹੈ ਕਾਹਦੇ ਲਈ? ਮੈਂ ਸੋਚਦਾ, ਜਿਉਣ ਵਾਸਤੇ ਕਈ ਵਾਰ ਮਰਨਾ ਪੈਂਦਾ ਏ। ਆਖਰ ਇਹ ਸਭ ਕੁਝ ਹੈ ਕੀ? ਮੁੜ ਪਹਿਲਾ ਸਵਾਲ ਹੀ ਮੇਰੇ ਅੱਗੇ ਉਂਝ ਹੀ ਆ ਖਲੋਤਾ ਸੀ। ਇਸੇ ਸਵਾਲ ਦੀ ਭਾਲ ਵਿੱਚ ਹੀ ਤਾਂ ਮੈਂ ਕਈ ਖੂਹ ਪੁੱਟੇ ਸਨ, ਕਿਤਾਬਾਂ ਵੀ ਕੁਝ ਪੜ੍ਹ ਲਈਆਂ, ਲੋਕਾਂ ਨੂੰ ਮਿਲ ਕੇ ਵੀ ਵੇਖ ਲਿਆ। ਫਿਰ ਵੀ ਸਵਾਲ ਉੱਥੇ ਹੀ ਸੀ। ਇੱਕ ਹੁਜਰੇ ਵਿੱਚੋਂ ਕੁਝ ਜਵਾਬ ਲੱਭਣ ਦੀ ਆਸ ਸੀ। ਇੱਥੋਂ ਹੀ ਹੁਕਮ ਹੁੰਦਾ ਸੀ ਕਿ ਤੂੰ ਕਹਾਣੀ ਲਿਖ, ਮਜ਼ਮੂਨ ਲਿਖ, ਨਾਵਲ ਲਿਖ।
ਮੈਨੂੰ ਇਹੀ ਹੁਕਮ ਮੰਨਣ ਵਿੱਚ ਤਾਂ ਸਵਾਦ ਆਉਂਦਾ ਸੀ, ਇਹੀ ਰਾਹ ਜਾਪਦਾ ਸੀ ਮੇਰੇ ਸਵਾਲ ਦੇ ਜਵਾਬ ਲਈ। ਹੁਜਰੇ ਵਿੱਚੋਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਲੱਭਣਾ ਚਾਹੁੰਦਾ ਸਾਂ ਮੈਂ। ਹੁਜਰੇ ਵਾਲਾ ਸੱਚ ਬੋਲਣ ਦਾ ਬੜਾ ਸ਼ੌਕੀਨ ਜਾਪਦਾ ਸੀ। ਉਸੇ ਸੱਚ ਦੀ ਲੋਅ ਵਿੱਚ ਹੀ ਮੈਨੂੰ ਕੁਝ ਆਪਣਾ ਆਪ ਨਜ਼ਰ ਆਉਣ ਦੀ ਉਮੀਦ ਲੱਗੀ ਸੀ। ਇੱਕ ਕੁੜੀ ਨੂੰ ਜਿੰਨ ਚੰਬੜਿਆ ਤਾਂ ਉਹਦਾ ਹਾਲ ਮੈਂ ਦੱਸਿਆ। ਇੱਕ ਕੁੜੀ ਨੂੰ ਜਿੰਨ ਚੰਬੜਿਆ ਤਾਂ ਉਹਦਾ ਹਾਲ ਹੁਜਰੇ ਵਾਲੇ ਦੱਸਿਆ। ਰੋਇਆ ਉਹ ਵੀ ਸੀ, ਰੋਇਆ ਮੈਂ ਵੀ ਸਾਂ। ਹੁਜਰੇ ਵਾਲੇ ਦੀ ਭੈਣ ਨੂੰ ਜਿੰਨ ਚਿੰਬੜੇ ਸਨ। ਪੀਰਾਂ ਫਕੀਰਾਂ ਤੇ ਸਾਧੂਆਂ ਉਹ ਕੁਝ ਹੀ ਕੀਤਾ ਜੋ ਕਰਦੇ ਹੁੰਦੇ ਨੇ। ਭੈਣ ਉਹਨਾਂ ਥਾਵਾਂ ਦਾ ਹੀ ਨਾਂ ਲੈਂਦੀ ਸੀ ਜੋ ਉਹਨੇ ਵੇਖੀਆਂ ਹੋਈਆਂ ਸਨ। ਆਖਰ ਭੈਣ ਦੀ ਸ਼ਾਦੀ ਕੀਤੀ ਮਾਮੇ ਦੇ ਪੁੱਤਰ ਨਾਲ, ਅੱਗੇ ਪਿੱਛੇ ਆਪੀ ਵਾਲਾ। ਮਾਮੇ ਦਾ ਪੁੱਤਰ ਖਬੀਸ ਸੀ, ਭੈਣ ਨੂੰ ਮਾਰਦਾ ਕੁੱਟਦਾ ਰਹਿੰਦਾ ਸੀ। ਝਗੜਾ ਉਹੀ ਕਿ ਦਾਜ ਕੋਈ ਨਹੀਂ ਦੇ ਸਕਿਆ ਗਰੀਬ ਮਾਂ ਪਿਓ। ਆਖਰ ਬਿਮਾਰ ਹੋ ਕੇ ਭੈਣ ਮਰ ਗਈ। ਫਿਰ ਉਹਦਾ ਬਾਲ ਵੀ ਬਹੁਤੇ ਦਿਨ ਜਿਉਂਦਾ ਨਾ ਰਿਹਾ। ਆਪਣੀ ਭੈਣ ਬਾਰੇ ਗੱਲਾਂ ਕਰਦਿਆਂ ਉਸਤਾਦ ਜੀ ਬਹੁਤ ਰੋਇਆ ਕਰਦੇ ਸਨ। ਕਿੰਨਾ ਚਿਰ ਡੁਸਕਦੇ ਰਹਿੰਦੇ ਸਨ। ਸਰਦੀਆਂ ਦੇ ਦਿਨ ਸਨ। ਹੁਜਰੇ ਵਾਲਾ ਬਿਸਤਰੇ ਵਿੱਚ ਲੇਟਿਆ ਹੋਇਆ ਸੀ। ਮੈਂ ਜਾ ਕੇ ਸਲਾਮ ਕੀਤਾ। ਬੋਲੇ, ਬਹੁਤ ਦਿਨਾਂ ਮਗਰੋਂ ਆਇਆ ਏ ਸ਼ੇਖੂਪੁਰੀਆ, ਤੂੰ ਵੀ ਹੁਣ ਸਾਨੂੰ। ਉਹਨਾਂ ਦਾ ਲਹਿਜਾ ਗਿਲੇ ਵਾਲਾ ਸੀ। ਮੇਰੇ ਬੋਲਣ ਤੋਂ ਪਹਿਲਾਂ ਹੀ ਆਖਿਆ, ਜਾ ਕੇ ਨਸੀਰੇ ਨੂੰ ਬੁਲਾ ਲਿਆ। ਮੈਂ ਚੁੱਪ ਕਰਕੇ ਜਾਵਣ ਲਈ ਮੁੜਿਆ ਤਾਂ ਬੋਲੇ, ਉਹ ਉੱਥੇ ਮਸੀਤੇ ਨਹੀਂ, ਉਹਦੇ ਘਰ ਜਾ। ਪਰ ਮੈਂ ਤਾਂ ਉਹਦਾ ਘਰ ਨਹੀਂ ਵੇਖਿਆ ਹੋਇਆ ਉਸਤਾਦ ਜੀ। ਮੈਂ ਜੋ ਵੇਖਿਆ ਹੋਇਆ ਏ ਮੋਹਣੀ ਰੋਡ ਉੱਤੇ ਕੁਆਟਰਾਂ ਦੇ ਪਿੱਛੇ। ਉਹਨਾਂ ਚੰਗੀ ਤਰ੍ਹਾਂ ਸਮਝਾ ਦਿੱਤਾ, ਘਰ ਦਾ ਨਕਸ਼ਾ ਤੇ ਰੰਗ ਰੂਪ ਵੀ ਦੱਸਿਆ। ਮੈਂ ਨਸੀਰੇ ਦੇ ਘਰ ਨੂੰ ਜਾਂਦਾ ਹੋਇਆ ਸੋਚਦਾ ਰਿਹਾ ਕਿ ਵਾਹ ਕਿੰਨੀ ਮਾਲੂਮਾਤ ਰੱਖਦੇ ਨੇ। ਨਸੀਰੇ ਵਿੱਚ ਤੇ ਕੋਈ ਬਹੁਤ ਹੀ ਵੱਡੀ ਖੂਬੀ ਜਾਪਦੀ ਏ। ਇੱਕ ਵਾਰ ਫੇਰ ਮੇਰੇ ਮਨ ਵਿੱਚ ਭੈੜਾ ਖਿਆਲ ਆਇਆ ਕਿ ਜਾਦੇ ਮੁੰਡਾ ਮਿਲਿਆ ਏ। ਹੁਜਰੇ ਵਾਲੇ ਦੀ ਤਬੀਅਤ ਵਿੱਚ ਉਹ ਚਮਕ ਨਹੀਂ ਰਹੀ, ਉਦਾਸੀ ਵੱਧਦੀ ਜਾਪਦੀ ਏ। ਮੈਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਸ਼ਾਹ ਹੁਸੈਨ ਤੇ ਮਾਧੋ ਲਾਲ ਵਾਲਾ ਕੋਈ ਨਵਾਂ ਕਿੱਸਾ ਹੋਵਣ ਵਾਲਾ ਏ। ਮੇਰੇ ਦਿਮਾਗ ਵਿੱਚ ਹੁਜਰੇ ਵਾਲੇ ਦੀਆਂ ਉਹ ਗੱਲਾਂ ਯਾਦ ਆ ਗਈਆਂ ਜੋ ਉਹਨਾਂ ਕਈ ਵਾਰ ਸੁਣਾਈਆਂ ਸਨ ਕਿ ਇੱਕ ਵਾਰ ਸੋਹਰਾਵਰਦੀ ਇੱਥੇ ਹੁਜਰੇ ਵਿੱਚ ਆਇਆ ਸੀ। ਉਹ ਵਜ਼ੀਰ ਸੀ। ਉਸ ਕੁਝ ਫਾਇਦਾ ਦੇਵਣ ਦੀ ਰੀਝ ਦੱਸੀ ਸੀ। ਜਵਾਬ ਵਿੱਚ ਮਖੌਲ ਕਰਦਿਆਂ ਆਖਿਆ ਸੀ, ਸ਼ਰਾਬ ਦੀਆਂ 10-12 ਪੇਟੀਆਂ ਘੱਲ ਦਿਓ। ਸੋਹਰਾਵਰਦੀ ਬੜਬੜ ਕਰਦਾ ਹੋਇਆ ਚਲਾ ਗਿਆ ਸੀ। ਫੇਰ ਪਰਤ ਕੇ ਨਹੀਂ ਆਇਆ। ਪਰ ਇਹ ਦਰਵੇਸ਼ ਆਪਣੇ ਲਈ ਕੁਝ ਲੈਣਾ ਨਹੀਂ ਸੀ ਚਾਹੁੰਦਾ। ਇੱਕੋ ਮੰਗ ਕੇ ਮੈਨੂੰ ਧਰਤੀ ਕਲੀ ਕਰਾ ਦੇ, ਮੈਂ ਨੱਚਾਂ ਸਾਰੀ ਰਾਤ। ਦੂਜੀ ਵਾਰ ਕਿਸੇ ਮਹਿਫਲ ਵਿੱਚ ਨੂਨ ਨੇ ਉਸਤਾਦ ਜੀ ਨੂੰ ਵਜ਼ੀਫਾ ਦੇਵਣ ਦੀ ਰੀਝ ਕੀਤੀ ਤਾਂ ਜਵਾਬ ਵਿੱਚ ਫਿਰ ਉਹੀ ਮਖੌਲ ਤੇ ਟੱਚ ਕਰਕੇ, ਲੋਕੀ ਆਖਦੇ ਨੇ ਵਜ਼ੀਫਾ ਲੈਣ ਵਾਲਾ ਮਰ ਜਾਂਦਾ ਏ ਜਾਂ ਵਜ਼ੀਫਾ ਦੇਵਣ ਵਾਲਾ। ਮੈਂ ਅਜੇ ਮਰਨਾ ਨਹੀਂ ਚਾਹੁੰਦਾ। ਇਸ ਗੱਲ ਤੋਂ ਨੂਨ ਵੀ ਨਾਰਾਜ਼ ਹੋ ਗਿਆ। ਵਾਹ ਕੀ ਜੁਰਅਤ, ਹਿੰਮਤ ਤੇ ਹੌਸਲਾ ਏ ਦਰਵੇਸ਼ ਦਾ। ਪਰ ਮੇਰੇ ਲਈ ਇਹ ਗੱਲ ਬਹੁਤ ਉਲਝਣ ਵਾਲੀ ਸੀ ਕਿ ਸਭ ਕੁਝ ਤਿਆਗ ਦੇਵਣ ਵਾਲਾ ਦਰਵੇਸ਼ ਇੱਕ ਮੁੰਡੇ ਦੀ ਖਾਤਰ ਢਿੱਗੀ ਢਾਈ ਬੈਠਾ ਏ। ਸੱਚੀ ਗੱਲ ਏ, ਮੈਨੂੰ ਬਹੁਤ ਦੁੱਖ ਹੋ ਰਿਹਾ ਸੀ ਕਿ ਮੇਰੇ ਉਸਤਾਦ ਨੂੰ ਕੀ ਹੋ ਗਿਆ ਏ। ਇੰਜ ਨਹੀਂ ਸੀ ਹੋਣਾ ਚਾਹੀਦਾ। ਮੈਨੂੰ ਹੋਰ ਵੀ ਬਹੁਤ ਕੁਝ ਚੇਤੇ ਆਇਆ ਕਿ ਮੇਰਾ ਉਸਤਾਦ ਤੇ ਮਹਿਮਾਨ ਸੀ। ਉਸਤਾਦ ਜੀ ਨੂੰ ਇੱਕ ਵਾਰੀ ਅਵਾਮੀ ਹਕੂਮਤ ਰੇਡੀਓ ਦੇ ਪੰਜਾਬੀ ਸੈਕਸ਼ਨ ਦਾ ਮਸ਼ੀਰ ਬਣਾਇਆ ਸੀ। ਕੁਝ ਮਹੀਨੇ ਤਨਖਾਹ ਵੀ ਕੱਲੀ। ਪਰ ਮੇਰੇ ਉਸਤਾਦ ਲਾਲਚੀ ਨਹੀਂ ਸਨ। ਨਾਜ਼ਮ ਲਿਖੀ, ਇਹ ਕੀ ਕਰੀ ਜਾਨਾ ਏ, ਇਹ ਕੀ ਕਰੀ ਜਾਨਾ ਏ। ਮਤਲਬ ਇਹ ਕਿ ਮੈਨੂੰ ਕੋਈ ਨਹੀਂ ਖਰੀਦ ਸਕਦਾ, ਭਾਵੇਂ ਮੇਰੇ ਉੱਤੇ ਬੰਬ ਪਾ ਦੇ, ਭਾਵੇਂ ਤੋਪਾਂ। ਇੱਕ ਵਾਰ ਮੈਂ ਆਇਆ ਤਾਂ ਹੁਜਰੇ ਵਿੱਚ ਇੱਕ ਸੋਹਣੀ ਜਿਹੀ ਕੁੜੀ ਤੇ ਖਵਾਜਾ ਬੈਠੇ ਹੋਏ ਸਨ। ਖਵਾਜੇ ਨੂੰ ਤਾਂ ਮੈਂ ਵੇਖਿਆ ਹੋਇਆ ਸੀ, ਉਹ ਇੱਥੇ ਆਉਂਦਾ ਰਹਿੰਦਾ ਸੀ। ਕੁੜੀ ਨੂੰ ਮੈਂ ਨਹੀਂ ਸੀ ਵੇਖਿਆ ਹੋਇਆ। ਕੁੜੀ ਬੈਠੀ ਵੀ ਤੇ ਹੁਜਰੇ ਵਾਲੇ ਦਰਵੇਸ਼ ਦੇ ਮੋਢੇ ਨਾਲ ਲੱਗ ਕੇ ਸੀ। ਨਿੰਮਾ ਹੱਸਦੀ ਤੇ ਦੰਦ ਮੀਟ ਕੇ ਗੁਟਕਦੀ ਕੁੜੀ ਬਹੁਤ ਭਲੀ ਮਲੂਮ ਹੁੰਦੀ ਸੀ। ਖੁੱਲ੍ਹੇ ਵਾਲ ਤੇ ਬਾਣਾ ਵੀ ਸ਼ੌਕੀਨ ਸੀ। ਅੱਖਾਂ ਤਾਂ ਬਹੁਤ ਹੀ ਖੂਬਸੂਰਤ ਸਨ। ਕੁੜੀ ਵੇਖ ਕੇ ਉਹ ਵੀ ਉਸਤਾਦ ਦੇ ਮੋਢੇ ਨਾਲ ਜੁੜੀ ਹੋਈ ਮੇਰੇ ਲਈ ਇੱਕ ਹੋਰ ਹੈਰਾਨੀ ਸੀ। ਹੁਣੇ ਮੁੰਡਾ, ਹੁਣੇ ਕੁੜੀ, ਤਬੀਅਤ ਡਾਵਾਂਡੋਲ। ਨਾਲੇ ਕਹਿੰਦੇ ਨੇ ਮੇਰਾ ਅੰਦਰਲਾ ਬੁਝਦਾ ਜਾਪਦਾ ਏ। ਜੇ ਅੰਦਰਲਾ ਬੁਝਦਾ ਜਾਂਦਾ ਏ ਤੇ ਫਿਰ ਇਹ ਕੀ ਏ, ਮੈਂ ਸੋਚਿਆ। ਜਦ ਚੌਧਰੀ ਜ਼ਹੂਰ ਅਲੀ ਆਖਿਆ ਸੀ ਕਿ ਉਸਤਾਦ ਜੀ ਪਾਕਿਸਤਾਨੀ ਹਕੂਮਤ ਦਾ ਖਿਆਲ ਏ ਕਿ ਤੁਸਾਂ ਹਿੰਦੁਸਤਾਨ ਵਿੱਚ ਜਾ ਕੇ ਪਾਕਿਸਤਾਨੀ ਸਫਾਰਤਖਾਨੇ ਵੱਲੋਂ ਕੰਮ ਕਰੋ ਤਾਂ ਜੋ ਦੋਵਾਂ ਮੁਲਕਾਂ ਵਿੱਚ ਸਾਂਝ ਲਈ ਕੁਝ ਬੁਨਿਆਦ ਕਾਇਮ ਹੋਵੇ। ਜਵਾਬ ਵਿੱਚ ਦਰਵੇਸ਼ ਆਖਿਆ ਸੀ, ਸਾਂਝ ਦੀ ਬੁਨਿਆਦ ਅਵਾਮ ਹੁੰਦੀ ਏ, ਪਰ ਤੁਹਾਡੀ ਹਕੂਮਤ ਵਿੱਚ ਅਵਾਮ ਕੋਈ ਨਹੀਂ, ਖਾਸ ਹੀ ਖਾਸ ਏ। ਮੈਂ ਤੇ ਇਹ ਵੀ ਸੁਣਿਆ ਸੀ ਕਿ ਇੱਕ ਵਾਰ ਉਕਾੜੇ ਮੁਸ਼ਾਇਰਾ ਸੀ। DC ਦੀ ਪ੍ਰਧਾਨਗੀ ਸੀ। ਹੁਜਰੇ ਵਾਲੇ ਦਰਵੇਸ਼ ਨੂੰ ਵੀ ਬੁਲਾਇਆ ਗਿਆ ਸੀ।
ਮੁਸ਼ਾਇਰੇ ਦੇ ਮੁਖਾਲਫਾਂ ਗੱਲ ਧਮਾ ਦਿੱਤੀ ਕਿ ਕੁਝ ਲੋਕ ਮੁਸ਼ਾਇਰੇ ਨੂੰ ਖਰਾਬ ਕਰਾਉਣ ਲਈ ਲਾਹੌਰੋਂ ਗੁੰਡੇ ਲੈ ਕੇ ਆ ਰਹੇ ਨੇ। ਪੁਲਿਸ ਅੱਗੇ ਹੀ ਤਿਆਰ ਸੀ। ਸਟੇਸ਼ਨ ਤੋਂ ਮੁਸ਼ਾਇਰੇ ਤੀਕਰ ਜਾਵਣ ਵਾਲੇ ਹਰ ਬੰਦੇ ਨੂੰ ਗੁੰਡਾ ਸਮਝਦੀ ਸੀ ਤੇ ਪੁੱਛ ਵੀ ਕਰਦੀ ਸੀ। ਹੁਜਰੇ ਵਾਲਾ ਦਰਵੇਸ਼ ਵੀ ਗਿਆ। ਜੁੱਸਾ ਪਹਿਲਵਾਨਾਂ ਵਾਲਾ ਸੀ, ਤਹਿਮਦ ਕੁਰਤਾ ਤੇ ਮੋਢੇ ਉੱਤੇ ਚਾਦਰ। ਪੁਲਿਸ ਪਹਿਲੀ ਨਜ਼ਰ ਵਿੱਚ ਇਹ ਫੈਸਲਾ ਕਰ ਲਿਆ ਕਿ ਇਹੀ ਗੁੰਡਾ ਏ। ਫੜ ਕੇ ਡੀਸੀ ਦੇ ਸਾਹਮਣੇ ਪੇਸ਼ ਕੀਤਾ। ਮਾਲੂਮ ਹੋਵਣ ਉੱਤੇ ਡੀਸੀ ਮੁਆਫੀ ਮੰਗੀ ਤਾਂ ਦਰਵੇਸ਼ ਮੁਸ਼ਾਇਰਾ ਪੜ੍ਹਨ ਤੋਂ ਹੀ ਇਨਕਾਰ ਕਰ ਦਿੱਤਾ। ਬੜੀ ਜੁਰਤ ਵਾਲੀ ਗੱਲ ਸੀ, ਪਰ ਹੁਣ ਇਹ ਕੁੜੀ ਤੇ ਮੁੰਡਾ ਮੇਰੇ ਜ਼ਿਹਨ ਵਿੱਚੋਂ ਨਹੀਂ ਸਨ ਨਿਕਲ ਰਹੇ। ਮੈਨੂੰ ਇਹ ਵੀ ਯਾਦ ਆਇਆ ਕਿ ਇਸ ਸਟੇਜ ਦੇ ਸਿਕੰਦਰ ਇੱਕ ਵਾਰ ਬੋਰੇਵਾਲਾ ਦੇ ਮੁਸ਼ਾਇਰੇ ਵਿੱਚ ਮੈਜਿਸਟਰੇਟ ਦੀ ਪ੍ਰਧਾਨਗੀ ਵਿੱਚ ਉਹਦੇ ਹੀ ਸਾਹਮਣੇ ਉਹਨੂੰ ਤੇ ਉਹਦੀ ਸਰਕਾਰ ਨੂੰ ਖੂਬ ਸੁਣਾਈਆਂ ਸਨ। ਐਸੇ ਸ਼ੇਅਰ ਪੜ੍ਹੇ ਕਿ ਮੈਜਿਸਟਰੇਟ ਉੱਥੇ ਹੀ ਜ਼ਬਾਨਬੰਦੀ ਦਾ ਹੁਕਮ ਦੇ ਦਿੱਤਾ, ਪਰ ਦਰਵੇਸ਼ ਲੋਕਾਂ ਦਾ ਸ਼ਾਇਰ ਸੀ। ਲੋਕਾਂ ਉੱਥੇ ਹੀ ਇਹਤਜਾਜ ਕੀਤਾ ਤਾਂ ਮੈਜਿਸਟਰੇਟ ਨੂੰ ਉੱਥੇ ਹੀ ਆਪਣਾ ਹੁਕਮ ਵਾਪਸ ਲੈਣਾ ਪਿਆ ਸੀ। ਮੈਂ ਇੰਜ ਦੀਆਂ ਸੋਚਾਂ ਸੋਚਦਾ ਗਿਆ ਤੇ ਇੰਜ ਹੀ ਸੋਚਦਾ ਆਇਆ। ਨਸੀਰ ਅਹਿਮਦ ਘਰ ਨਹੀਂ ਸੀ ਮਿਲਿਆ। ਮੈਂ ਆ ਕੇ ਦੱਸਿਆ, ਨਸੀਰ ਅਹਿਮਦ ਘਰ ਨਹੀਂ ਮਿਲਿਆ ਉਸਤਾਦ ਜੀ। ਤੈਨੂੰ ਕਿਹਨੇ ਦੱਸਿਆ ਏ? ਘਰ ਵਿੱਚ ਉਹਦੀ ਮਾਂ ਮਿਲੀ ਸੀ। ਮੈਂ ਸਹਿਜ ਸੁਭਾਅ ਨਾਲ ਦੱਸਿਆ ਤਾਂ ਮਾਂ ਦੇ ਨਾਂ ਉੱਤੇ ਦਰਵੇਸ਼ ਦੀਆਂ ਅੱਖਾਂ ਵਿੱਚ ਬਿਜਲੀ ਦੇ ਬਲਬ ਵਾਂਗਰ ਚਮਕ ਜਾਪੀ ਮੈਨੂੰ। ਉਹਨਾਂ ਝੱਟ ਪੁੱਛਿਆ, ਕਿਹੋ ਜਿਹੀ ਸੀ ਨਸੀਰੇ ਦੀ ਮਾਂ? ਮਾਂ ਜਿਵੇਂ ਮਾਵਾਂ ਹੁੰਦੀਆਂ ਨੇ। ਨਸੀਰੇ ਦੀ ਮਾਂ ਵਿੱਚ ਦਿਲਚਸਪੀ ਮੇਰੇ ਲਈ ਇੱਕ ਹੋਰ ਹੈਰਤ ਸੀ। ਮੇਰਾ ਅੰਦਰਲਾ ਸ਼ਰਾਰਤੀ ਪੇਂਡੂ ਜਾਗਣ ਲੱਗ ਪਿਆ ਸੀ। ਨਹੀਂ ਯਾਰ, ਮੇਰਾ ਮਤਲਬ ਏ ਉਹਦੀ ਸਿਹਤ ਕੈਸੀ ਏ? ਸਿਹਤ ਤਾਂ ਬਹੁਤ ਕਮਾਲ ਦੀ ਏ ਗੁਰੂ ਜੀ। ਬੁਢਾਪੇ ਵਿੱਚ ਮੁਅੱਜ਼ਜ਼ ਸੁਆਣੀ ਲੱਗਦੀ ਏ। ਉਹਦੇ ਹੋਂਠ ਅਜੇ ਵੀ ਸੁਰਖ ਤੇ ਗੱਲਾਂ ਭਰੀਆਂ ਨੇ। ਮੈਂ ਚਸਕੇ ਲੈਣ ਲੱਗ ਪਿਆ ਸਾਂ ਤੇ ਸਵਾਦ ਲੈ ਲੈ ਕੇ ਮਾਈ ਦੀ ਤਾਰੀਫ ਕੀਤੀ। ਉਹਦਾ ਹੁਸਨ ਅਜੇ ਕਾਇਮ ਏ। ਮੈਂ ਆਖਿਆ, ਉਹਦੀ ਕਾਠੀ ਤੇ ਜੁੱਸਾ ਮਜ਼ਬੂਤ ਏ। ਉਹਦੇ ਦੰਦ ਅਜੇ ਵੀ ਚਿੱਟੇ ਨੇ। ਮੈਥੋਂ ਜਿੰਨੀ ਤਾਰੀਫ ਹੋ ਸਕਦੀ ਸੀ ਕੀਤੀ। ਉਸਤਾਦ ਜੀ ਕੁਝ ਦੇਰ ਚੁੱਪ ਰਹੇ, ਮੇਰੇ ਵੱਲ ਗੌਰ ਨਾਲ ਵੇਖਦੇ ਰਹੇ ਸਨ। ਮੈਂ ਸੋਚਣ ਲੱਗ ਪਿਆ, ਕਿੱਥੇ ਮੁੰਡਾ ਤੇ ਕਿੱਥੇ ਹੁਣ ਮੁੰਡੇ ਦੀ ਮਾਂ ਵਿੱਚ ਦਿਲਚਸਪੀ। ਮੇਰੀ ਹੈਰਤ ਤੇ ਸ਼ਰਾਰਤ ਨੂੰ ਉਹ ਸਮਝ ਗਏ ਤੇ ਬੋਲੇ, ਸ਼ੇਖੂਪੁਰੀਆ, ਤੂੰ ਵੀ ਪੱਛ ਲਾਵਣ ਲੱਗ ਪਿਆ ਏ। ਉਹਨਾਂ ਇੰਨੇ ਦੁੱਖ ਨਾਲ ਆਖਿਆ ਕਿ ਮੇਰਾ ਅੰਦਰਲਾ ਕੰਬ ਗਿਆ। ਉਹਨਾਂ ਦੀਆਂ ਅੱਖਾਂ ਭਿੱਜ ਗਈਆਂ ਸਨ। ਮੈਨੂੰ ਆਪਣੀ ਸ਼ਰਾਰਤ ਤੇ ਬਹੁਤ ਹੀ ਅਫਸੋਸ ਹੋਇਆ ਤੇ ਦੁੱਖ ਵੀ। ਮੈਂ ਮੁਆਫੀ ਮੰਗਦਿਆਂ ਹੋਇਆਂ ਉਹਨਾਂ ਦੇ ਪੈਰ ਫੜ ਲਏ, ਪਰ ਉਹ ਤੇ ਰੋਈ ਜਾਂਦੇ ਸਨ। ਮੈਨੂੰ ਇਕੱਲੇ ਨੂੰ ਛੱਡ ਦੇ ਸ਼ੇਖੂਪੁਰੀਆ। ਬਾਹਿੰਮਤ ਦਰਵੇਸ਼ ਅੱਜ ਫਿਸ ਪਿਆ ਸੀ। ਮੈਂ ਹੈਰਤਾਂ ਵਿੱਚ ਡੁੱਬਾ ਉੱਥੋਂ ਨਿਕਲ ਆਇਆ ਸਾਂ। ਫੈਕਟਰੀ ਵਿੱਚ ਇੱਕ ਵਾਰ ਫੇਰ ਮੇਰੀ ਤਬਦੀਲੀ ਹੋਈ। ਮੇਰੀ ਕਿਸੇ ਇੰਚਾਰਜ ਨਾਲ ਬਣ ਨਹੀਂ ਸੀ ਆਉਂਦੀ। ਸਲਾਮ ਕਰਨਾ ਮੈਨੂੰ ਨਹੀਂ ਸੀ ਆਉਂਦਾ ਤੇ ਇਨਸਾਫ ਕਰਨਾ ਉਹਨਾਂ ਨੂੰ ਨਹੀਂ ਸੀ ਆਉਂਦਾ। ਮਜ਼ਦੂਰ ਤੇ ਅਜੇ ਤੀਕਰ ਚੌਧਰੀ ਸਨ। ਆਪਣੇ ਆਪ ਨੂੰ ਮਜ਼ਦੂਰ ਤਾਂ ਮੰਨਦੇ ਹੀ ਨਹੀਂ ਸਨ। ਮੈਂ ਗੱਲ ਮਜ਼ਦੂਰਾਂ ਦੀ ਕਰਦਾ ਸਾਂ, ਇਨਸਾਫ ਤੇ ਅਦਲ ਦੀ, ਪਰ ਮਜ਼ਦੂਰ ਕਿਸਮਤ ਤੇ ਰੱਬ ਦੀ ਗੱਲ ਕਰਦੇ ਸਨ। ਮੈਂ ਹੀ ਝੂਠਾ ਸਾਂ। ਮੈਨੂੰ ਹੀ ਤੋਹਮਤਾਂ ਲੱਗਣੀਆਂ ਸਨ। ਮਜ਼ਦੂਰ ਲੀਡਰ ਵੀ ਖੁਦ ਨੂੰ ਮਜ਼ਦੂਰ ਨਹੀਂ ਸਨ ਸਮਝਦੇ। ਮੈਂ ਇੱਕ ਹੋਰ ਝੂਠ ਵੀ ਬੋਲਣ ਲੱਗ ਪਿਆ ਸਾਂ। ਆਪਣਾ ਅਸਲ ਪਛਾਣਨ ਲਈ ਪੰਜਾਬੀ ਜ਼ੁਬਾਨ ਦੀ ਗੱਲ ਕਰਨ ਲੱਗ ਪਿਆ ਸਾਂ। ਪੰਜਾਬੀ ਰਹਿਤਲ ਤੇ ਪੰਜਾਬੀ ਤਾਲੀਮ ਦੀ ਗੱਲ ਮੈਥੋਂ ਹੋ ਜਾਂਦੀ ਸੀ। ਕਾਫਰ ਤਾਂ ਮੈਂ ਪਹਿਲੇ ਹੀ ਮਸ਼ਹੂਰ ਸਾਂ, ਉੱਤੋਂ ਵਤਨ ਦੁਸ਼ਮਣ ਵੀ ਮਸ਼ਹੂਰ ਹੋ ਗਿਆ। ਕੋਪੜੀ ਮੇਰੀ ਵੀ ਉਲਟੀ ਸੀ। ਅਫਸਰ ਜਾਂ ਇੰਚਾਰਜ ਮੇਰੇ ਨਾਲ ਉਰਦੂ ਵਿੱਚ ਗੱਲ ਕਰਦੇ, ਮੈਨੂੰ ਅਦਬ ਸਿਖਾਉਂਦੇ, ਸਮਝਾਉਂਦੇ, ਪਰ ਮੈਂ ਪੰਜਾਬੀ ਵਿੱਚ ਬੋਲਾਂ, ਅੱਗੋਂ ਅਖਾਣ ਸੁਣਾਵਾਂ ਤੇ ਅਖਤਿਆਰ ਵਾਲਿਆਂ ਨੂੰ ਤਾਨੇ ਮਾਰਾਂ ਕਿ ਤੁਸੀਂ ਆਪਣਾ ਅਸਲ ਭੁੱਲੇ ਹੋਏ ਹੋ, ਤੁਸਾਂ ਸਾਰੇ ਢੋਡਰ ਕਾਂ ਬਣੇ ਹੋਏ ਹੋ। ਜਵਾਬ ਵਿੱਚ ਮੈਨੂੰ ਨਫ਼ਰਤ ਮਿਲਦੀ ਸੀ। ਉਹ ਅਖਤਿਆਰ ਤੇ ਹੁਕਮ ਵਾਲੇ ਸਨ, ਭਲਾ ਕਿਵੇਂ ਆਪਣੀ ਸ਼ਨਾਖਤ ਭੁੱਲ ਸਕਦੇ ਸਨ। ਮੈਂ ਹੀ ਭੁੱਲਿਆ ਹੋਇਆ ਤੇ ਝੂਠਾ ਸਾਂ। ਬਸ ਇਹਨਾਂ ਸਾਰਿਆਂ ਕੌੜਾਂ ਨੂੰ ਲੈ ਕੇ ਮੈਂ ਹੁਜਰੇ ਆ ਡਿੱਗਦਾ ਸਾਂ। ਹੁਣ ਇੱਥੇ ਵੀ ਉਦਾਸੀਆਂ ਆਵਣ ਲੱਗ ਪਈਆਂ ਸਨ। ਇੱਧਰ ਆਇਆ ਤਾਂ ਹਾਂਡੀ ਪੱਕ ਰਹੀ ਸੀ। ਹੁਜਰੇ ਵਾਲੇ ਦੇ ਨਾਲ ਉਹ ਛੈਲ ਕੁੜੀ ਵੀ ਹਾਂਡੀ ਪਕਾਉਣ ਵਿੱਚ ਹੱਥ ਪਵਾ ਰਹੀ ਸੀ। ਨਾਲ ਨਾਲ ਗੱਲਾਂ ਵੀ ਹੋ ਰਹੀਆਂ ਸਨ। ਖਵਾਜਾ ਵੀ ਸੀ ਤੇ ਹੋਰ ਲੋਕ ਵੀ ਸਨ। ਪੱਤੇ ਵੇਲਾ ਖਾਵਣ ਮਗਰੋਂ ਲੋਕ ਚਲੇ ਗਏ। ਮੈਂ ਤੇ ਖਵਾਜਾ ਬੈਠੇ ਰਹੇ। ਹੁਜਰੇ ਵਾਲੇ ਉਸ ਕੁੜੀ ਨੂੰ ਸਵਾਲ ਕੀਤਾ, ਤੁਸੀਂ ਬੁੱਢੇ ਬਿਸ਼ਨਈਆਂ ਨੂੰ ਕਿੰਝ ਲੁੱਟ ਲੈਂਦੇ ਹੋ, ਜਦ ਕਿ ਬੁੱਢਾ ਬਿਸ਼ਨੀ ਲੁਟੀਜ ਕੇ ਵੀ ਰਾਜੀ ਰਹਿੰਦਾ ਏ। ਇਹ ਸਭ ਕੁਝ ਕਿਵੇਂ ਸੰਭਾਲ ਲੈਂਦੇ ਹੋ? ਕੁੜੀ ਨੂੰ ਇੰਝ ਦਾ ਸਵਾਲ ਪੁੱਛਣਾ ਮੇਰੇ ਲਈ ਤੇ ਇਹ ਵੀ ਅਨੋਖੀ ਗੱਲ ਸੀ। ਕੋਈ ਝਿਜਕ ਨਹੀਂ ਸੀ ਕੁੜੀ ਨੂੰ, ਕੋਈ ਸ਼ਰਮ ਨਹੀਂ। ਭਾਵੇਂ ਮੈਨੂੰ ਮਾਲੂਮ ਹੋ ਗਿਆ ਸੀ ਕਿ ਇਹ ਕੁੜੀ ਕੋਠੇ ਦੀ ਏ, ਪਰ ਫੇਰ ਵੀ ਹੈ ਤਾਂ ਕੁੜੀ ਹੀ ਸੀ। ਹੁਜਰੇ ਵਾਲਾ ਆਪ ਬਿਸ਼ਨੀ ਵੀ ਨਹੀਂ ਸੀ। ਉਸ ਕੁੜੀ ਬਿਨਾਂ ਕਿਸੇ ਸ਼ਰਮ ਜਾਂ ਝਿਜਕ ਦੇ ਆਖਿਆ,
ਬੁੱਢੇ ਨੂੰ ਖੁਸ਼ ਕਰਨਾ ਤੇ ਸਾਡੇ ਲਈ ਬਹੁਤ ਸੌਖਾ ਹੁੰਦਾ ਏ। ਸਗੋਂ ਬੁੱਢਾ ਗਾਹਕ ਹੀ ਸਾਨੂੰ ਜ਼ਿਆਦਾ ਪਸੰਦ ਹੁੰਦਾ ਏ। ਸਾਨੂੰ ਤਾਂ ਉਡੀਕ ਹੀ ਬੁੱਢੇ ਦੀ ਰਹਿੰਦੀ ਏ। ਕਿਵੇਂ ਰਾਜੀ ਕਰਦੇ ਹੋ ਬੁੱਢੇ ਬਿਸ਼ਨੀ ਨੂੰ। ਪੈਸੇ ਵਾਲਾ ਬੁੱਢਾ ਔਲਾਦ ਕੋਲੋਂ ਅੱਕਿਆ ਹੁੰਦਾ ਏ, ਉੱਥੇ ਉਹਦੀ ਕਦਰ ਨਹੀਂ ਹੁੰਦੀ। ਅਸਾਂ ਲੋਕ ਆਪਣੇ ਹੁਸਨ ਹੁਨਰ ਤੇ ਆਜਜ਼ੀ ਨਾਲ ਯਕੀਨ ਦਿਵਾ ਦਿੰਦੇ ਆ ਕਿ ਤੂੰ ਤਾਂ ਅਜੇ ਜਵਾਨ ਏ, ਸਗੋਂ ਜਵਾਨ ਨਾਲੋਂ ਵੀ ਬਹੁਤਾ ਚੰਗਾ ਲੱਗਣਾ ਏ। ਪਰ ਸਾਰੇ ਬੁੱਢੇ ਤਾਂ ਘਰੋਂ ਅੱਕੇ ਨਹੀਂ ਹੁੰਦੇ, ਉਸਤਾਦ ਜੀ ਪੁੱਛਿਆ। ਨਹੀਂ ਜੀ, ਸਾਡੇ ਕੋਲ ਆਵਣ ਵਾਲਾ ਬੁੱਢਾ ਕਿਸੇ ਨਾ ਕਿਸੇ ਹਵਾਲੇ ਨਾਲ ਘਰੋਂ ਅੱਕਿਆ ਹੁੰਦਾ ਏ। ਨੂੰਹਾਂ ਧੀਆਂ ਤੇ ਪੁੱਤਰ ਹੁਕਮ ਨਹੀਂ ਮੰਨਦੇ। ਅਸਾਂ ਲੋਕ ਅਦਬ ਨਾਲ ਲਿਫ ਜਾਂਦੇ ਆ। ਘਰਾਂ ਵਿੱਚ ਇਹਨਾਂ ਬੁੱਢੇ ਲੋਕਾਂ ਨੂੰ ਪਿਆਰ ਨਹੀਂ ਕਰਦਾ। ਅਸਾਂ ਪਿਆਰ ਦਾ ਜਾਲ ਪਾ ਲੈਂਦੇ ਆ, ਉਹਨਾਂ ਅੱਗੇ ਵਿੱਚ ਜਾਂਦੇ ਆ। ਮਰਦਾਂ ਵਾਲੀ ਗੱਲ ਇਹਨਾਂ ਵਿੱਚ ਕੋਈ ਨਹੀਂ ਹੁੰਦੀ, ਪਰ ਅਸਾਂ ਉਹਨਾਂ ਨੂੰ ਸ਼ਰਮਿੰਦਾ ਨਹੀਂ ਹੋਵਣ ਦਿੰਦੇ। ਜਿਨ੍ਹਾਂ ਨੂੰ ਘਰ ਮੂੰਹ ਕੋਈ ਨਹੀਂ ਲਾਂਭਦਾ, ਅਸਾਂ ਮੂੰਹ ਨਾਲ ਮੂੰਹ ਲਾ ਕੇ ਸਭ ਕੁਝ ਲੁੱਟ ਲੈਂਦੇ ਆ। ਕੁੜੀ ਰਵਾਨੀ ਨਾਲ ਹੱਸ ਰਹੀ ਸੀ। ਬੁੱਢੇ ਦੇ ਮੂੰਹ ਨਾਲ ਮੂੰਹ ਲਾਇਆ ਕਰਾਹਤ ਤਾਂ ਹੁੰਦੀ ਏ, ਪਰ ਪੈਸੇ ਵਿੱਚ ਬਹੁਤ ਕੁਝ ਜਰਨ ਵਾਲੀ ਤਾਕਤ ਹੁੰਦੀ ਏ। ਤੁਸਾਂ ਦੀ ਤਾਲੀਮ ਵਿੱਚ ਜਵਾਨ ਗਾਹਕ ਲਈ ਕੀ ਵਰਤਾਅ ਏ? ਇਹ ਅਗਲਾ ਸਵਾਲ ਸੀ। ਜਵਾਨ ਗਾਹਕ ਬਹੁਤ ਤੰਗ ਕਰਦੇ ਨੇ, ਜਲਦਬਾਜ਼ ਤੇ ਝੂਠੇ ਹੁੰਦੇ ਨੇ। ਪੈਸੇ ਤਾਂ ਖਰਚ ਕਰਦੇ ਨੇ, ਪਰ ਟਿਕ ਕੇ ਗਾਹਕ ਨਹੀਂ ਰਹਿੰਦੇ। ਪਰ ਕਿੰਜ ਕਾਬੂ ਰੱਖਦੇ ਹੋ? ਜਵਾਨ ਗਾਹਕ ਨੂੰ ਅਸਾਂ ਆਪਣੀ ਪਾਕੀਜ਼ਗੀ ਦਾ ਅਹਿਸਾਸ ਦਿਵਾਉਂਦੇ ਹਾਂ ਤੇ ਵਿਆਹ ਵਾਸਤੇ ਆਖਦੇ ਹਾਂ। ਫਸ ਜਾਵੇ ਤਾਂ ਪੌਂ 12, ਝਾਂਸੇ ਵਿੱਚ ਨਾ ਆਵੇ ਤਾਂ ਗੱਲ ਮੁਕਾ ਦਿੰਦੇ ਹਾਂ। ਫਿਰ ਹੁਜਰੇ ਵਾਲੇ ਇੱਕ ਬੰਦੇ ਦਾ ਨਾਂ ਲੈ ਕੇ ਪੁੱਛਿਆ, ਉਹ ਤੇਰੇ ਨਾਲ ਆਉਂਦਾ ਏ, ਉਹਦੇ ਪੱਲੇ ਕੁਝ ਹੈ? ਉਸ ਕੁੜੀ ਨੇ ਹੱਸ ਕੇ ਆਖਿਆ, ਕੁਝ ਵੀ ਨਹੀਂ, ਪਰ ਮੈਂ ਉਹਨੂੰ ਪੱਚੀ ਨਹੀਂ ਕਰਦੀ। ਉਸ ਬੰਦੇ ਬਾਰੇ ਕੁਝ ਹੋਰ ਗੱਲਾਂ ਵੀ ਹੋਈਆਂ। ਜਦ ਖਵਾਜਾ ਤੇ ਬਾਕੀ ਲੋਕ ਚਲੇ ਗਏ ਤਾਂ ਉਸਤਾਦ ਜੀ ਮੈਨੂੰ ਦੱਸਿਆ, ਇਸ ਬਾਈ ਕੋਲ ਮੇਰਾ ਇੱਕ ਵਾਕਫ ਬੰਦਾ ਜਾਂਦਾ ਏ। ਇੱਥੇ ਮੇਰੇ ਕੋਲ ਆ ਕੇ ਫੜਾ ਮਾਰਦਾ ਰਹਿੰਦਾ ਏ। ਮੈਨੂੰ ਮਾਲੂਮ ਹੈ ਸੀ ਕਿ ਉਹ ਝੂਠ ਬੋਲਦਾ ਏ, ਪਰ ਫਿਰ ਵੀ ਮੈਂ ਤਸਦੀਕ ਕਰਨੀ ਚਾਹੁੰਦਾ ਸਾਂ। ਸ਼ੇਖੂਪੁਰੀਆ, ਧਿਆਨ ਰੱਖੀ, ਜੈਂਸ ਦੇ ਮਾਮਲੇ ਵਿੱਚ ਹਰ ਬੰਦਾ ਝੂਠ ਬੋਲਦਾ ਏ। ਹੋ ਸਕਦਾ ਏ ਕੁਝ ਲੋਕ ਸੱਚ ਬੋਲ ਵੀ ਲੈਂਦੇ ਹੋਵਣ, ਪਰ ਫਿਰ ਵੀ ਇਹ ਪੂਰਾ ਸੱਚ ਨਹੀਂ ਹੁੰਦਾ। ਇਸ ਬਾਰੇ ਸੱਚ ਬੋਲਿਆ ਹੀ ਨਹੀਂ ਜਾ ਸਕਦਾ। ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ।